ਤੁਸੀਂ ਅੱਜ ਵੋਟਾਂ ਦੇ ਦੌਰਾਨ ਜਿਹੜਾ ਨੋਟਾਂ ਨੂੰ ਵੋਟ ਪਾਉਣ ਦੀ ਗੱਲ ਕੀਤੀ ਹੈ ਕਿ ਨੋਟਾਂ ਦਾ ਬਟਨ ਦਬਾ ਦਿਓ। ਇਹਦਾ ਬਦਲ ਕੀ ਹੋਊਗਾ ਜੇ ਆਪਾਂ ਨੋਟਾਂ ਨੂੰ ਵੋਟ ਪਾਉਂਦੇ ਆ? ਜੇ ਸਿਆਸੀ ਬਦਲ ਲਿਆਉਣਾ ਤਾਂ ਕੋਈ ਬਦਲਵਾਂ ਪ੍ਰੋਗਰਾਮ ਵੀ ਤਾਂ ਹੋਣਾ ਚਾਹੀਦਾ ਨਾ। ਜੇ ਸਿਰਫ ਐਮਐਲਏ ਬਦਲਣ ਨੂੰ ਬਦਲ ਸਮਝਦੇ ਹੋ ਤਾਂ ਇਹ ਕਿਸੇ ਵੀ ਤਰੀਕੇ ਦੇ ਨਾਲ ਗੱਲ ਜਿਹੜੀ ਆ ਉਹ ਵਾਜਬ ਨਹੀਂ ਹੈਗੀ। ਕੀ ਕਿਸਾਨਾਂ ਨੂੰ ਮਤਲਬ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਬਣਨ ਲਈ ਮਤਲਬ ਆਪਾਂ ਨੂੰ ਪਹਿਲਾਂ ਵੋਟਾਂ ਦੇ ਵਿੱਚ ਜਾਣਾ ਪੈਣਾ, ਫਿਰ ਆਪਾਂ ਬਦਲ ਨਹੀਂ ਪੈਦਾ ਕਰ ਸਕਦੇ। ਜੇ ਆਪਾਂ ਜਾਵਾਂਗੇ ਵੋਟਾਂ ਜਿੱਤਾਂਗੇ ਫਿਰ ਆਪਣਾ ਜਿਹੜਾ ਬਦਲ ਲੈ ਕੇ ਆ ਸਕਦੇ ਹਾਂ, ਕਿਉਂਕਿ ਜਿਹੜਾ ਇਹ ਜੱਦੋਜਹਿਦ ਆਪਾਂ ਸਾਰੀ ਕੀਤੀ ਹੈ ਉਹ ਕਾਨੂੰਨਾਂ ਨੂੰ ਲੈ ਕੇ ਕੀਤੀ ਹੈ। ਕਾਨੂੰਨ ਬਣਾਉਣ ਵਾਲੇ ਕਾਨੂੰਨ ਘਾੜੇ ਨੇ, ਉਹ ਬਣਨ ਲਈ ਆਪਾਂ ਨੂੰ ਕਿਉਂ ਨਾ ਮਤਲਬ ਸਿਸਟਮ ਦੇ ਵਿੱਚ ਆਉਣਾ ਚਾਹੀਦਾ। ਉਹਨੂੰ ਰੱਦ ਕਰਾਉਣ ਦੇ ਲਈ ਸਾਨੂੰ 350 ਤੋਂ ਉੱਪਰ ਐਮਪੀ ਚਾਹੀਦੇ ਸੀ, 125 ਤੋਂ ਉੱਪਰ ਐਮਪੀ ਚਾਹੀਦੇ ਸੀ ਰਾਜ ਸਭਾ ਦੇ ਵਿੱਚ, ਪਰ ਇਹ ਖੇਤੀ ਕਾਨੂੰਨ ਰੱਦ ਹੋ ਗਏ। 40 ਤੋਂ 50 ਪਾਰਲੀਮੈਂਟਰੀ ਹਲਕਿਆਂ ਦੀ ਮੂਵਮੈਂਟ ਨੇ ਰੱਦ ਕਰਾ ਦਿੱਤੀ, ਤੇ ਇਹਦਾ ਮਤਲਬ ਜਿਹੜੇ ਗੈਰ ਪਾਰਲੀਮੈਂਟਰੀ ਸਟਰਗਲ ਆ ਉਹ ਕਮਜ਼ੋਰ ਥੋੜ੍ਹਾ ਨੇ, ਉਹ ਵੀ ਜਿਹੜੇ ਮਜ਼ਬੂਤ ਨੇ, ਜਿਨ੍ਹਾਂ ਨੇ 300 ਐਮਪੀਆਂ ਵਾਲੀ ਪਾਰਟੀ 40-50 ਹਲਕਿਆਂ ਦੀ ਮੂਵਮੈਂਟ ਨੇ ਜਿਹੜੀ ਸੀਗੀ ਉਹ ਕਾਨੂੰਨ ਜਿਹੜੇ ਰੱਦ ਕਰਵਾਤੇ। ਤੋ ਇਸ ਕਰਕੇ ਅਸੀਂ ਗੈਰ ਪਾਰਲੀਮੈਂਟਰੀ ਸੰਘਰਸ਼ਾਂ ਜਿਹੜੀ ਗੱਲ ਕਰਦੇ ਆ, ਜਿਹੜੇ ਲੋਕ ਅਸੀਂ ਕਹਿੰਦੇ ਪਾਰਲੀਮੈਂਟ 'ਚ ਜਾਣਾ ਵੀ ਚਾਹੁੰਦੇ ਆ ਉੱਥੇ ਆ ਮੁੱਦੇ ਤਾਂ ਉਠਾਉਣ ਨਾ। ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਜੋ ਕੋਈ ਮੁੱਦਾ ਹੀ ਨਹੀਂ ਉਠਾਉਣਾ, ਲੋਕਾਂ ਦੇ ਹਕੀਕੀ ਮਸਲਿਆਂ ਦੀ ਗੱਲ ਹੀ ਨਹੀਂ ਕਰਨੀਗੀ, ਜੇ ਖੇਤੀ ਮਾਡਲ ਆ ਵੀ ਇਹ ਉਵੇਂ ਦਾ ਉਵੇਂ ਹੀ ਰਹੂਗਾ, ਬੇਰੁਜ਼ਗਾਰੀ ਉਵੇਂ ਦੀ ਉਵੇਂ ਹੀ ਰਹੂਗੀ, ਇਹ 'ਤੇ ਕੋਈ ਬਦਲਵਾਂ ਪ੍ਰੋਗਰਾਮ ਨਹੀਂ ਦੇ ਰਹੇਗੇ, ਤੇ ਫਿਰ ਕਿੱਦਾਂ ਤਬਦੀਲੀ ਵਾਪਰ ਜਾਏਗੀ, ਤੇ ਫਿਰ ਕਿੱਦਾਂ ਕਿਸੇ ਪਾਰਲੀਮੈਂਟਰੀ ਪਾਰਟੀ ਨੂੰ ਸਪੋਰਟ ਕੀਤੀ ਜਾ ਸਕਦੀ। ਕਿਸਾਨ ਜਥੇਬੰਦੀਆਂ ਚੋਣਾਂ ਲੜ ਰਹੀਆਂ, ਉਹ ਮਤਲਬ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਲੋਕਾਂ ਦੀ ਆਵਾਜ਼ 'ਤੇ ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਤੁਸੀਂ ਲੋਕਾਂ ਨੂੰ ਕਿਹਾ ਵੀ ਅੰਧ ਵਿਸ਼ਵਾਸੀ ਹੁੰਦੇ ਆ, ਲੋਕਾਂ ਨੂੰ ਅਗਵਾਈ ਦੀ ਲੋੜ ਹੁੰਦੀ ਹੈ। ਕੀ ਖੱਬੇ ਪੱਖੀ ਵਿਚਾਰਧਾਰਾ ਅੱਜ ਤੱਕ ਲੋਕਾਂ ਨੂੰ ਇਸ ਅੰਧ ਵਿਸ਼ਵਾਸ 'ਚੋਂ ਕਿਉਂ ਨਹੀਂ ਕੱਢ ਸਕੀ? ਇਸ ਖੇਤੀ ਕਾਨੂੰਨ ਜਿਹੜੀਆਂ ਨੀਤੀਆਂ ਲੈ ਕੇ ਆਈਆਂ ਦੇ ਖਿਲਾਫ 3 ਦਹਾਕੇ ਰਿਹਾ ਲੋਕਾਂ ਨੂੰ ਚੇਤਨ ਕਰਦੇ ਰਹੇ। ਖੱਬੇ ਪੱਖੀ ਵੀ ਲਗਾਤਾਰ ਲੋਕਾਂ ਨੂੰ ਚੇਤਨ ਕਰਦੇ ਰਹੇ ਵੀ ਇਹ ਨਿੱਜੀਕਰਨ ਦੀਆਂ ਨੀਤੀਆਂ ਨੇ, ਤੁਹਾਡਾ ਸਿਹਤ, ਸਿੱਖਿਆ, ਰੁਜ਼ਗਾਰ, ਬਿਜਲੀ, ਪਾਣੀ ਸਭ ਕੁਝ ਜਿਹੜਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦੇਣਾ ਹੈਗਾ, ਔਰ ਉਹਦਾ ਨਤੀਜਾ ਇਹ ਖੇਤੀ ਕਾਨੂੰਨ ਸੀਗੇ। ਲੋਕ ਪਹਿਲਾਂ ਸੁਣਦੇ ਰਹੇ ਵੀ ਜਦੋਂ ਤੁਸੀਂ ਕਹਿੰਦੇ ਵੀ ਸਰਕਾਰੀ ਸਕੂਲ ਕਾਲਜ ਨਹੀਂ ਰਹਿਣੇ, ਤੁਹਾਡੀ ਗੱਲ ਸਹੀ ਸਾਬਤ ਹੋਈ ਨਹੀਂ ਰਹੇ, ਸਰਕਾਰੀ ਹਸਪੀਟਲ ਡਿਸਪੈਂਸਰੀਆਂ ਨਹੀਂ ਰਹਿਣੀਆਂ, ਤੁਹਾਡੀ ਗੱਲ ਸਹੀ ਸਾਬਤ ਹੋਈ ਨਹੀਂ ਰਹੇ, ਸਰਕਾਰੀ ਅਦਾਰੇ ਨਹੀਂ ਰਹੇ, ਤੇ ਨੌਕਰੀਆਂ ਜਿਹੜੀਆਂ ਸੀ ਉਹ 8-8, 10-10 ਹਜ਼ਾਰ ਵਾਲੀਆਂ ਨੌਕਰੀਆਂ ਨੇ, ਕਿੱਥੇ 70-70, 80 ਹਜ਼ਾਰ ਲੋਕਾਂ ਨੂੰ ਤਨਖਾਹ ਮਿਲਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। 32 ਕਿਸਾਨ ਜਥੇਬੰਦੀਆਂ ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ, ਤੇ ਉਹਦੇ ਵਿੱਚੋਂ 8-9 ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ। ਉਹਦੇ ਵਿੱਚੋਂ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੰਡਨ ਕੀਤਾ ਕਿ ਉਹ ਚੋਣਾਂ ਨਹੀਂ ਲੜਨਗੇ। ਸਾਡੇ ਨਾਲ ਇਸ ਵਕਤ ਨੇ ਵਿਦਿਆਰਥੀ ਯੂਨੀਅਨ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਿੱਚ ਸੂਬਾ ਮੀਤ ਪ੍ਰਧਾਨ ਰਜਿੰਦਰ ਦੀਪ ਸਿੰਘ ਵਾਲਾ, ਉਹਨਾਂ ਨਾਲ ਅੱਜ ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਗਲੋਬਲ ਪੰਜਾਬ ਟੀਵੀ 'ਤੇ ਸਵਾਗਤ ਹੈ ਜੀ। ਸ਼ੁਕਰੀਆ ਬਾਈ ਜੀ। ਤੁਸੀਂ ਅੱਜ ਵੋਟਾਂ ਦੇ ਦੌਰਾਨ ਜਿਹੜਾ ਨੋਟਾਂ ਨੂੰ ਵੋਟ ਪਾਉਣ ਦੀ ਗੱਲ ਕੀਤੀ ਹੈ ਕਿ ਨੋਟਾਂ ਦਾ ਬਟਨ ਦਬਾ ਦਿਓ। ਇਹਦਾ ਬਦਲ ਕੀ ਹੋਊਗਾ ਜੇ ਆਪਾਂ ਨੋਟਾਂ ਨੂੰ ਵੋਟ ਪਾਉਂਦੇ ਹਾਂ? ਨਹੀਂ ਦੇਖੋ, ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਬਦਲ ਦੀ ਗੱਲ ਹੈਗੀ ਆ, ਜੇ ਸਿਆਸੀ ਬਦਲ ਲਿਆਉਣਾ ਤਾਂ ਕੋਈ ਬਦਲਵਾਂ ਪ੍ਰੋਗਰਾਮ ਵੀ ਤਾਂ ਹੋਣਾ ਚਾਹੀਦਾ ਨਾ। ਜੇ ਸਿਰਫ ਐਮਐਲਏ ਬਦਲਣ ਨੂੰ ਬਦਲ ਸਮਝਦੇ ਹੋ ਤਾਂ ਇਹ ਕਿਸੇ ਵੀ ਤਰੀਕੇ ਦੇ ਨਾਲ ਗੱਲ ਜਿਹੜੀ ਆ ਉਹ ਵਾਜਬ ਨਹੀਂ ਹੈਗੀ, ਕਿਉਂਕਿ ਪੰਜਾਬ ਜਿਹੜਾ ਕਿਸਾਨੀ ਦਾ ਸਭ ਤੋਂ ਵੱਡਾ ਮੁੱਦਾ ਅੱਜ ਕਰਜ਼ਾ, ਔਰ ਕਰਜ਼ੇ ਦਾ ਕਾਰਨ ਇਹ ਹਰੇ ਇਨਕਲਾਬ ਦਾ ਖੇਤੀ ਮਾਡਲ ਆ, ਜਿਹਨੇ ਕੁਦਰਤ ਤੇ ਮਤਲਬ ਜਿਹੜੀ ਆ ਉਹਦੀ ਤਬਾਹੀ ਕੀਤੀ, ਹਵਾ ਪਾਣੀ ਮਿੱਟੀ ਜਿਹੜਾ ਸੀ ਪਲੂਟ ਕੀਤਾ, ਕਿਸਾਨ ਨੂੰ ਕਰਜ਼ਾ ਦਿੱਤਾ, ਖੁਦਕੁਸ਼ੀਆਂ ਦਿੱਤੀਆਂ। ਇਸ ਮਾਡਲ 'ਚੋਂ ਟਰੈਕਟਰ, ਖਾਦ, ਬੀਜ, ਦਵਾਈਆਂ ਵਾਲੀਆਂ ਕੰਪਨੀਆਂ ਨੇ ਖੱਟਿਆ, ਤੇ ਕਿਸਾਨ ਜਿਹੜਾ ਕਰਜ਼ਾਈ ਹੋਇਆ, ਤੇ ਪੇਂਡੂ ਮਜ਼ਦੂਰ ਜਿਹੜਾ ਉਹ ਬੇਰੁਜ਼ਗਾਰ ਹੋਇਆ। ਤੋ ਇਸ ਕਰਕੇ ਇਸ ਮਾਡਲ ਦੀ ਥਾਂ 'ਤੇ ਕੁਦਰਤ ਤੇ ਕਿਸਾਨ ਪੱਖੀ ਜਿਹੜਾ ਮਾਡਲ ਆਵੇ, ਇਹ ਕਿਸੇ ਪਾਰਟੀ ਦੇ ਏਜੰਡੇ ਦੇ ਵਿੱਚ ਨਹੀਂ ਹੈਗਾ। ਇਸ ਕਰਕੇ ਕਿਸੇ ਪਾਰਟੀ ਨੂੰ ਹਮਾਇਤ ਕਰਨ ਦਾ ਕੋਈ ਮਾਮਲਾ ਹੀ ਨਹੀਂ ਬਣਦਾ। ਦੂਸਰਾ ਜਿਹੜਾ ਨਸ਼ੇ ਤੇ ਬੇਰੁਜ਼ਗਾਰੀ ਅੱਜ ਬਹੁਤ ਵੱਡਾ ਮੁੱਦਾ। ਬੇਰੁਜ਼ਗਾਰੀ, ਨਸ਼ਿਆਂ ਦਾ ਕਾਰਨ ਜਿਹੜਾ ਹੈਗਾ ਉਹ ਬੇਰੁਜ਼ਗਾਰੀ ਹੈ। ਤੋ ਜੇ ਪੰਜਾਬ 'ਚ ਰੁਜ਼ਗਾਰ ਪੈਦਾ ਕਰਨਾ ਤਾਂ ਸਾਨੂੰ ਇੱਥੇ ਸਨਅਤੀਕਰਨ ਦੀ ਜ਼ਰੂਰਤ ਆ, ਪਰ ਸਾਡੀ ਮੰਡੀ ਦੇ ਉੱਪਰ, ਸਾਡੇ ਸੋਮਿਆਂ ਦੇ ਉੱਪਰ, ਸਾਡੀ ਤਕਨੀਕ ਦੇ ਉੱਪਰ ਜਿਹੜਾ ਸਾਮਰਾਜੀਆਂ ਦਾ ਕਬਜ਼ਾ ਵਿਦੇਸ਼ੀ ਪੂੰਜੀ ਦੇ ਰਾਹੀਂ। ਇਸ ਕਰਕੇ ਵਿਦੇਸ਼ੀ ਪੂੰਜੀ ਨੂੰ ਜਿੰਨਾ ਸਮਾਂ ਜ਼ਬਤ ਨਹੀਂ ਕੀਤਾ ਜਾਂਦਾ ਗਾ, ਓਨਾ ਸਮਾਂ ਇੱਥੇ ਰੁਜ਼ਗਾਰ ਦਾ ਮਾਮਲਾ ਹੱਲ ਨਹੀਂ ਹੋ ਸਕਦਾ। ਸਾਡੇ ਤਾਂ ਇੱਥੇ ਇਹ ਹਾਲਤ ਆ ਕਿ ਭਾਰਤ ਦੁਨੀਆ ਦੇ 4ਥੇ ਨੰਬਰ 'ਤੇ ਆ ਸਭ ਤੋਂ ਵੱਧ ਲੋਹਾ ਪੈਦਾ ਕਰਨ ਦੇ ਵਿੱਚ, ਪਰ ਟਰੈਕਟਰ ਬਾਹਰੋਂ ਬਣ ਕੇ ਆਉਂਦੇ ਆ, ਪੁਰਜੇ ਬਾਹਰੋਂ ਬਣ ਕੇ, ਇੱਥੇ ਸਿਰਫ ਅਸੈਂਬਲ ਹੁੰਦੇ ਆ। ਜਿਹੜਾ ਨੇਲ ਕਟਰ ਤੱਕ ਤੇ ਤੁਸੀਂ ਦੇਖ ਲਓ ਕਿ ਮੇਡ ਇਨ ਇੰਡੀਆ ਲਿਖਿਆ ਹੁੰਦਾ। ਜਿਹੜਾ ਮੁਲਕ ਆਪਣਾ ਨੇਲ ਕਟਰ ਨਹੀਂ ਬਣਾ ਰਿਹਾ ਹੈਗਾ,
ਨੇਲ ਕਟਰ ਬਾਹਰੋਂ ਆ ਰਹੇ ਆ ਤੇ ਫਿਰ ਇੱਥੇ ਕਿਹੜੀ ਇੰਡਸਟਰੀ ਲੱਗੂ ਤੇ ਕਿਹੜਾ ਰੁਜ਼ਗਾਰ ਪੈਦਾ ਹੋਊਗਾ। ਇਹ ਸਭ ਜਿਹੜਾ ਵਿਦੇਸ਼ੀ ਕੰਪਨੀਆਂ ਨੇ, ਵਿਦੇਸ਼ੀ ਸਰਮਾਏ ਨੇ ਸਾਡੇ ਦੇਸ਼ ਦੀ ਮਾਰਕੀਟ ਉੱਪਰ ਕਬਜ਼ਾ ਕੀਤਾ ਹੋਇਆ। ਇਹਨੂੰ ਆਜ਼ਾਦ ਕਰਾਏ ਤੋਂ ਬਿਨਾਂ, ਵਿਦੇਸ਼ੀ ਸਰਮਾਏ ਨੂੰ ਜ਼ਬਤ ਕਰਕੇ ਕੌਮੀਕਰਨ ਕੀਤੇ ਤੋਂ ਬਿਨਾਂ ਇੱਥੇ ਰੁਜ਼ਗਾਰ ਜਿਹੜਾ ਨਹੀਂ ਪੈਦਾ ਹੋ ਸਕਦਾ। ਤੇ ਇਹ ਕਿਸੇ ਵੀ ਪਾਰਟੀ ਦੇ ਏਜੰਡੇ ਤੇ ਨਹੀਂ ਹੈਗਾ ਗਾ। ਸੰਯੁਕਤ ਸਮਾਜ ਮੋਰਚੇ ਨੇ ਤਾਂ ਹਜੇ ਆਪਣਾ ਪ੍ਰੋਗਰਾਮ ਹੀ ਨਹੀਂ ਦਿੱਤਾ ਗਾ। ਇਸ ਕਰਕੇ ਜਦੋਂ ਇਹ ਕਿਸੇ ਦੇ ਏਜੰਡੇ ਤੇ ਨਹੀਂ ਹੈ, ਸਿਰਫ MLA ਬਦਲਨੇ ਆ, ਸੱਤਾ ਦੀ ਕਬਜ਼ਾ ਕਰਨਾ, ਲੋਕਾਂ ਦਾ ਕੋਈ ਹੱਲ ਹੀ ਨਹੀਂ ਕਰਨਾ, ਇਸ ਕਰਕੇ ਫਿਰ ਕਿਸੇ ਨੂੰ ਵੀ ਹਮਾਇਤ ਕਰਨ ਦਾ ਕੋਈ ਮਾਮਲਾ ਪੈਦਾ ਨਹੀਂ ਹੁੰਦਾ। ਜਿਸ ਤਰ੍ਹਾਂ ਸੰਘਰਸ਼ ਦੇ ਰਾਹ ਚੱਲ ਕੇ ਹੱਕ ਲਏ ਜਾਂਦੇ ਆ, ਕੀ ਕਿਸਾਨਾਂ ਨੂੰ ਮਤਲਬ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਬਣਨ ਲਈ ਮਤਲਬ ਆਪਾਂ ਨੂੰ ਪਹਿਲਾਂ ਵੋਟਾਂ ਦੇ ਵਿੱਚ ਜਾਣਾ ਪੈਣਾ, ਫਿਰ ਆਪਾਂ ਬਦਲ ਨਹੀਂ ਪੈਦਾ ਕਰ ਸਕਦੇ। ਜੇ ਆਪਾਂ ਜਾਵਾਂਗੇ ਵੋਟਾਂ ਜਿੱਤਾਂਗੇ ਫਿਰ ਆਪਣਾ ਜਿਹੜਾ ਬਦਲ ਲਿਆ ਕੇ ਆ ਸਕਦੇ ਹਾਂ, ਕਿਉਂਕਿ ਜਿਹੜਾ ਇਹ ਜੱਦੋਜਹਿਦ ਆਪਾਂ ਸਾਰੀ ਕੀਤੀ ਹੈ ਉਹ ਕਾਨੂੰਨਾਂ ਨੂੰ ਲੈ ਕੇ ਕੀਤੀ ਹੈ। ਕਾਨੂੰਨ ਬਣਾਉਣ ਵਾਲੇ ਕਾਨੂੰਨ ਘਾੜੇ ਨੇ, ਉਹ ਬਣਨ ਲਈ ਆਪਾਂ ਨੂੰ ਕਿਉਂ ਨਾ ਮਤਲਬ ਸਿਸਟਮ ਦੇ ਵਿੱਚ ਆਉਣਾ ਚਾਹੀਦਾ। ਦੇਖੋ, ਇਸ ਜਿਹੜੇ ਕਾਨੂੰਨ ਸੀ 300 ਤੋਂ ਉੱਪਰ MP ਸੀ ਜਿਹੜੀ ਪਾਰਟੀ ਨੇ ਬਣਾਏ BJP ਦੇ, ਉਹਨੂੰ ਰੱਦ ਕਰਾਉਣ ਦੇ ਲਈ ਸਾਨੂੰ 350 ਤੋਂ ਉੱਪਰ MP ਚਾਹੀਦੇ ਸੀ, 125 ਤੋਂ ਉੱਪਰ MP ਚਾਹੀਦੇ ਸੀ ਰਾਜ ਸਭਾ ਦੇ ਵਿੱਚ। ਪਰ ਇਹ ਖੇਤੀ ਕਾਨੂੰਨ ਰੱਦ ਹੋ ਗਏ। 40 ਤੋਂ 50 ਪਾਰਲੀਮੈਂਟਰੀ ਹਲਕਿਆਂ ਦੀ ਮੂਵਮੈਂਟ ਨੇ ਰੱਦ ਕਰਾਤੀ। ਤੇ ਇਹਦਾ ਮਤਲਬ ਕਿ ਜਿਹੜੇ ਗੈਰ ਪਾਰਲੀਮੈਂਟਰੀ ਸਟਰਗਲ ਆ ਉਹ ਕਮਜ਼ੋਰ ਥੋੜਾ ਨਹੀਂ ਹੈਗੇ, ਉਹ ਵੀ ਜਿਹੜੇ ਮਜ਼ਬੂਤ ਨੇ। ਜਿਨ੍ਹਾਂ ਨੇ 300 MP ਵਾਲੀ ਪਾਰਟੀ 40-50 ਹਲਕਿਆਂ ਦੀ ਮੂਵਮੈਂਟ ਨੇ ਜਿਹੜੀ ਸੀਗੀ ਉਹ ਕਾਨੂੰਨ ਜਿਹੜੇ ਰੱਦ ਕਰਵਾਤੇ। ਤਾਂ ਇਸ ਕਰਕੇ ਅਸੀਂ ਗੈਰ ਪਾਰਲੀਮੈਂਟਰੀ ਸੰਘਰਸ਼ਾਂ ਦੀ ਜਿਹੜੀ ਗੱਲ ਕਰਦੇ ਆ, ਜਿਹੜੇ ਲੋਕ ਅਸੀਂ ਕਹਿੰਦੇ ਪਾਰਲੀਮੈਂਟ 'ਚ ਜਾਣਾ ਵੀ ਚਾਹੁੰਦੇ ਆ, ਉੱਥੇ ਆ ਮੁੱਦੇ ਤਾਂ ਉਠਾਉਣ ਨਾ। ਪਾਰਲੀਮੈਂਟ 'ਚ ਵਿੱਚ ਜਾ ਕੇ ਵੀ ਜੋ ਕੋਈ ਮੁੱਦਾ ਹੀ ਨਹੀਂ ਉਠਾਉਣਾ, ਲੋਕਾਂ ਦੇ ਹਕੀਕੀ ਮਸਲਿਆਂ ਦੀ ਗੱਲ ਹੀ ਨਹੀਂ ਕਰਨੀਗੀ। ਜੇ ਖੇਤੀ ਮਾਡਲ ਆ ਵੀ ਇਹ ਉਵੇਂ ਦਾ ਉਵੇਂ ਹੀ ਰਹੂਗਾ, ਬੇਰੁਜ਼ਗਾਰੀ ਉਵੇਂ ਦੀ ਉਵੇਂ ਹੀ ਰਹੂਗੀ, ਇਹ 'ਤੇ ਕੋਈ ਬਦਲਵਾਂ ਪ੍ਰੋਗਰਾਮ ਨਹੀਂ ਦੇ ਰਹੇਗੇ, ਤੇ ਫਿਰ ਕਿੱਦਾਂ ਤਬਦੀਲੀ ਵਾਪਰ ਜੇਗੀ, ਤੇ ਫਿਰ ਕਿੱਦਾਂ ਕਿਸੇ ਪਾਰਲੀਮੈਂਟਰੀ ਪਾਰਟੀ ਨੂੰ ਸਪੋਰਟ ਕੀਤੀ ਜਾ ਸਕਦੀ ਹੈ। ਜੀ, ਜਿਵੇਂ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਜਿਹੜਾ ਮਤਲਬ ਚੋਣਾਂ ਦਾ ਸਿਸਟਮ ਹੈ ਵੀ ਜਿਹੜੀਆਂ ਉਹ ਕਿਸਾਨ ਜਥੇਬੰਦੀਆਂ ਚੋਣਾਂ ਲੜ ਰਹੀਆਂ, ਉਹ ਮਤਲਬ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਲੋਕਾਂ ਦੀ ਆਵਾਜ਼ 'ਤੇ ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਤੁਸੀਂ ਲੋਕਾਂ ਨੂੰ ਕਿਹਾ ਵੀ ਅੰਧ ਵਿਸ਼ਵਾਸੀ ਹੁੰਦੇ ਆ, ਲੋਕਾਂ ਨੂੰ ਅਗਵਾਈ ਦੀ ਲੋੜ ਹੁੰਦੀ ਹੈ। ਕੀ ਖੱਬੇ ਪੱਖੀ ਵਿਚਾਰਧਾਰਾ ਅੱਜ ਤੱਕ ਲੋਕਾਂ ਨੂੰ ਇਸ ਅੰਧ ਵਿਸ਼ਵਾਸ 'ਚੋਂ ਕਿਉਂ ਨਹੀਂ ਕੱਢ ਸਕੀ? ਨਹੀਂ, ਦੇਖੋ, ਗੱਲ ਖੱਬੇ ਜਾਂ ਸੱਜੇ ਪੱਖੀ ਵਿਚਾਰਧਾਰਾ ਦੀ ਗੱਲ ਨਹੀਂ ਗੀ। ਕੁਛ ਕੁ ਇਤਿਹਾਸਕ ਪਰਿਸਥਿਤੀਆਂ ਹੁੰਦੀਆਂ ਨੇ। ਇਸ ਖੇਤੀ ਕਾਨੂੰਨ ਜਿਹੜੀਆਂ ਨੀਤੀਆਂ ਲੈ ਕੇ ਆਈਆਂ ਦੇ ਖਿਲਾਫ 3 ਦਹਾਕੇ ਰਿਹਾ ਲੋਕਾਂ ਨੂੰ ਚੇਤਨ ਕਰਦੇ ਰਹੇ। ਖੱਬੇ ਪੱਖੀ ਵੀ ਲਗਾਤਾਰ ਲੋਕਾਂ ਨੂੰ ਚੇਤਨ ਕਰਦੇ ਰਹੇ ਵੀ ਇਹ ਨਿੱਜੀਕਰਨ ਦੀਆਂ ਨੀਤੀਆਂ ਨੇ ਤੁਹਾਡਾ ਸਿਹਤ, ਸਿੱਖਿਆ, ਰੁਜ਼ਗਾਰ, ਬਿਜਲੀ, ਪਾਣੀ ਸਭ ਕੁਝ ਜਿਹੜਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦੇਣਾ ਹੈਗਾ। ਔਰ ਉਹਦਾ ਨਤੀਜਾ ਇਹ ਖੇਤੀ ਕਾਨੂੰਨ ਸੀਗੇ। ਲੋਕ ਪਹਿਲਾਂ ਸੁਣਦੇ ਰਹੇ ਵੀ ਜਦੋਂ ਤੁਸੀਂ ਕਹਿੰਦੇ ਵੀ ਸਰਕਾਰੀ ਸਕੂਲ ਕਾਲਜ ਨਹੀਂ ਰਹਿਣੇ, ਤੁਹਾਡੀ ਗੱਲ ਸਹੀ ਸਾਬਤ ਹੋਈ, ਨਹੀਂ ਰਹੇ। ਸਰਕਾਰੀ ਹਸਪੀਟਲ ਡਿਸਪੈਂਸਰੀਆਂ ਨਹੀਂ ਰਹਿਣੀਆਂ, ਤੁਹਾਡੀ ਗੱਲ ਸਹੀ ਸਾਬਤ ਹੋਈ, ਨਹੀਂ ਰਹੇ। ਸਰਕਾਰੀ ਅਦਾਰੇ ਨਹੀਂ ਰਹੇ ਤੇ ਨੌਕਰੀਆਂ ਜਿਹੜੀਆਂ ਸੀ ਉਹ 8-8, 10-10 ਹਜ਼ਾਰ ਵਾਲੀਆਂ ਨੌਕਰੀਆਂ ਨੇ, ਕਿੱਥੇ 70-70, 80 ਹਜ਼ਾਰ ਲੋਕਾਂ ਨੂੰ ਤਨਖਾਹ ਮਿਲਦੀ ਸੀ। ਜਦੋਂ ਇਹ ਗੱਲਾਂ ਹਕੀਕੀ ਸਾਬਤ ਹੋਈਆਂ ਤਾਂ ਹੀ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਆਈ ਤੇ ਕਿਹਾ ਵੀ ਤੁਹਾਡੀ ਜ਼ਮੀਨ ਨਹੀਂ ਰਹਿਣੀ, ਲੋਕਾਂ ਨੂੰ ਲੱਗਾ ਵੀ ਜੋ ਕਹਿੰਦੇ ਰਹੇ ਠੀਕ ਕਹਿੰਦੇ ਰਹੇ। ਇਸੇ ਕਰਕੇ ਉਹ ਸੰਘਰਸ਼ ਦੇ ਮੈਦਾਨ ਦੇ ਜਿਹੜੇ ਸੀਗੇ ਉਹ ਨਿੱਤਰੇ। ਔਰ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਆਹ ਹਕੀਕੀ ਮੁੱਦੇ ਆ, ਇਹ ਕਿਸੇ ਵੀ ਜਿਹੜੀਆਂ ਚੋਣਾਂ 'ਚ ਆ ਰਹੀਆਂ ਧਿਰਾਂ ਨੇ ਇਹਨਾਂ ਕੋਲੇ ਕਿਸੇ ਕੋਲੇ ਹੱਲ ਨਹੀਂ। ਸਾਡੀ ਇਹ ਗੱਲ ਵੀ ਜਿਹੜੀ ਸਹੀ ਸਾਬਤ ਜਿਹੜੀ ਹੈਗੀ ਹੋਣੀ ਆ ਤੇ ਲੋਕਾਂ ਨੇ ਸੰਘਰਸ਼ਾਂ ਦੇ ਰਾਹ ਜਿਹੜਾ ਹੈਗਾ ਉਹ ਪੈਣਾ ਹੈਗਾ। ਜੀ, ਚੋਣਾਂ ਦੇ ਮਾਮਲੇ ਨੂੰ ਲੈ ਕੇ, ਜਿਵੇਂ ਭਾਰਤ ਇੱਕ ਲੋਕਤੰਤਰ ਦੇਸ਼ ਹੈ, ਇੱਥੇ ਵੋਟ ਰਾਜ ਹੈਗਾ ਜੀ, ਤੁਹਾਨੂੰ ਚੋਣਾਂ ਲੜਨ ਬਾਰੇ ਚਿਹਰਿਆਂ ਨਾਲ ਮਤਲਬ ਸਮੱਸਿਆ ਹੈਗੀ ਹੈ ਜਾਂ ਭਾਰਤੀ ਚੋਣ ਪ੍ਰਣਾਲੀ ਦੇ ਉੱਤੇ? ਨਹੀਂ, ਮਾਮਲਾ ਚਿਹਰਿਆਂ ਦਾ ਨਹੀਂ ਹੈ। ਚਿਹਰੇ ਦੇ ਨਾਲੋਂ ਮਾਮਲਾ ਹੈਗਾ ਨੀਤੀ ਦਾ। ਤੇ ਦੂਸਰਾ ਵੀ ਜਿਹੜੀ ਨੀਤੀ ਤੁਸੀਂ ਲਾਗੂ ਕਰਨਾ ਚਾਹੁੰਦੇ ਆ ਉਹ ਇਸ ਪਾਰਲੀਮੈਂਟ ਰਾਹੀਂ ਹੋ ਜੇ, ਉਹਦੀਆਂ ਸੰਭਾਵਨਾ ਜਿਹੜੀਆਂ ਨੇ ਬਹੁਤ ਘੱਟ ਨੇ। ਅੱਜ ਜਿਹੜੀ ਨਿੱਜੀਕਰਨ ਦੀ ਨੀਤੀ ਆ ਇਹਨੂੰ ਪਾਰਲੀਮੈਂਟ ਦੇ ਵਿੱਚੋਂ ਪ੍ਰਵਾਨਗੀ ਮਿਲੀ ਹੋਈ ਆ। ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਕਰਕੇ ਹੀ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਇੱਥੇ ਲਿਆਂਦੀਆਂ ਗਈਆਂ। ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਨਾਂ ਤੇ, ਜਿਹੜਾ ਸੀ ਲੋਕਾਂ ਪੰਚਾਇਤਾਂ ਕੋਲੇ ਕਿੰਨੇ ਕੁ ਸੋਮੇ ਆ, ਵੱਧ ਅਧਿਕਾਰ ਦੇਣ ਦੇ ਨਾਂ 'ਤੇ ਜਿਹੜਾ ਸੀਗਾ ਉਹ ਸਾਰਾ ਕੁਛ ਉਹਨਾਂ ਤੋਂ ਜਿਹੜਾ ਸੀਗਾ ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀ ਆ ਭੱਜ ਚੁੱਕੀ ਹੈਗੀ ਆ। ਅੱਜ ਜਿਹੜੇ ਲੋਕ ਕਹਿੰਦੇ ਵੀ ਜਿਹੜਾ ਡਾਕੂਮੈਂਟ ਆ ਉਹ ਮੈਨੀਫੈਸਟੋ ਨੂੰ ਲੀਗਲ ਬਣਾ ਦਿੱਤਾ ਜਾਵੇ, ਤਾਂ ਮੰਨ ਲਓ ਲੀਗਲ ਡਾਕੂਮੈਂਟ ਹੋ ਜਾਊਗਾ, ਤੁਸੀਂ ਉਹਨਾਂ ਦੇ ਵਾਅਦਾ ਖਿਲਾਫੀ ਦੇ ਖਿਲਾਫ ਅਦਾਲਤ ਚਲੇ ਜਾਓਗੇ। ਅਦਾਲਤ 'ਚ ਤਾਂ 50-50 ਸਾਲ ਇੱਥੇ ਇਨਸਾਫ ਨਹੀਂ ਮਿਲਦਾ ਗਾ। ਇੱਥੇ 4 ਕਰੋੜ ਤੋਂ ਉੱਪਰ ਕੇਸ ਜਿਹੜੇ ਪੈਂਡਿੰਗ ਪਏ ਆ, ਚੀਫ ਜਸਟਿਸ ਆਫ ਇੰਡੀਆ ਕਹਿ ਰਹੇ ਹੈਗੇ ਉਹਨੇ ਜੱਜ ਹੀ ਨਹੀਂ ਹੈ, ਉਹਨੀਆਂ ਅਦਾਲਤਾਂ ਹੀ ਨਹੀਂ ਹੈਗੀਆਂ। ਤਾਂ ਇਸ ਕਰਕੇ ਜਿਹੜਾ ਪੂਰੇ ਦਾ ਪੂਰਾ ਢਾਂਚਾ ਹੀ ਆ, ਭਾਵੇਂ ਉਹ ਜੁਡੀਸ਼ਰੀ ਦਾ ਹੈਗਾ, ਉਹ ਪਾਰਲੀਮੈਂਟ ਦਾ ਹੈਗਾ, ਠੀਕ ਆ, ਭਾਵੇਂ ਉਹ ਅਫਸਰਸ਼ਾਹੀ ਹੈਗੀ ਆ, ਉਹ ਸਾਰੀ ਦੀ ਸਾਰੀ ਹੀ ਧਨਾੜ ਲੋਕਾਂ ਦੇ ਹੱਥ ਕੰਮ ਕਰ ਰਹੀ ਹੈਗੀ। ਜਿਹੜੀਆਂ ਹੁਣ ਅੱਜ ਜਥੇਬੰਦੀਆਂ ਨੇ ਐਲਾਨ ਕੀਤਾ ਚੋਣਾਂ ਲੜਨ ਦਾ, ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਸੀਗੀ
ਉਹਦੇ ਤੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਦਿੱਤਾ ਗਿਆ, ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਜੇ ਉਹ ਚੋਣਾਂ ਲੜਦੇ ਹੈ ਤਾਂ ਕੀ ਤੁਸੀਂ ਉਹਨਾਂ ਨੂੰ ਸਟੇਜ ਤੇ ਜਦੋਂ ਕੋਈ ਭਵਿੱਖ ਦੇ ਵਿੱਚ ਸੰਘਰਸ਼ ਲੜਦੇ ਹੋ ਉਹਨਾਂ ਨੂੰ ਸਟੇਜ ਮੁਹੱਈਆ ਕਰਾਓਗੇ, ਬੋਲਣ ਦਾ ਅਧਿਕਾਰ ਦਿਓਗੇ? ਦੇਖੋ ਅੱਜ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਉਹਨੂੰ ਵਾਪਸ ਮੋੜ ਆਉਣਾ ਚਾਹੀਦਾ। ਡੁੱਲੇ ਬੇਰਾਂ ਦਾ ਹਜੇ ਕੁਝ ਨਹੀਂ ਵਿਗੜਿਆ। ਬਾਕੀ 15 ਜਨਵਰੀ ਨੂੰ ਅਗਲੀ ਮੀਟਿੰਗ ਆ, ਉਹਦੇ 'ਚ ਅਸੀਂ ਜਿਹੜਾ ਹੈਗਾ ਇਹ ਵਿਚਾਰਾਂਗੇ। ਤੇ ਇੱਕ ਮੇਰਾ ਸਵਾਲ, ਕਿਸਾਨ ਜਿਹੜੀ ਤੁਹਾਡੀ ਜਥੇਬੰਦੀ ਹੈ ਇਹਨੇ ਹੁਣ ਨੌਜਵਾਨਾਂ ਲਈ ਵੀ ਇੱਕ ਜਥੇਬੰਦੀ ਬਣਾਤੀ, ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਵੀ ਤੁਹਾਡੀ ਸਟੂਡੈਂਟ ਵਿੰਗ ਹੈ, ਤੇ ਉਹਦੇ 'ਚ ਤੇ ਫਰਕ ਕੀ ਹੈ ਦੋਵਾਂ 'ਚ ਫਿਰ? ਨਹੀਂ, ਸਟੂਡੈਂਟ ਯੂਨੀਅਨ ਹੋਰ ਜਥੇਬੰਦੀ ਹੈ ਜੀ। ਸਾਡੀ ਜਥੇਬੰਦੀ ਕਿਸਾਨਾਂ ਦੀ। ਅਸੀਂ ਕਿਸਾਨਾਂ ਦਾ ਜਿਹੜਾ ਹੈਗਾ ਯੂਥ ਵਿੰਗ ਬਣਾਇਆ, ਕਿਰਤੀ ਕਿਸਾਨ ਯੂਨੀਅਨ ਦਾ। ਭੁਪਿੰਦਰ ਸਿੰਘ ਲੌਂਗੋਵਾਲ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਨੇ, ਔਰ ਇਹਨਾਂ ਦੀ ਅਗਵਾਈ 'ਚ ਅਸੀਂ 8 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਯੂਥ ਵਿੰਗ ਦੀ ਜਿਹੜੀ ਉਸਾਰੀ ਕੀਤੀ ਆ। ਕਿਉਂਕਿ ਹੁਣ ਤੱਕ ਜਿਹੜੀ ਇਹ ਮਿੱਥ ਸੀਗੀ ਕਿ ਕਿਸਾਨ ਜਥੇਬੰਦੀਆਂ ਬਜ਼ੁਰਗਾਂ ਦੀਆਂ ਨੇ, ਬਜ਼ੁਰਗੀ ਕਿਸਾਨ ਆਗੂ ਹੁੰਦੇ ਆ, ਉਹ ਮਿੱਥ ਨੂੰ ਅਸੀਂ ਇਸ ਅੰਦੋਲਨ 'ਚ ਤੋੜਿਆ ਵੀ ਆ ਤੇ ਗਾਂ ਵੀ ਜਿਹੜਾ ਹੈਗਾ ਤੋੜਾਂਗੇ। ਤੇ ਜਿਹੜੀਆਂ 22 ਜਥੇਬੰਦੀਆਂ ਹੁਣ ਕਿਸਾਨ ਚੋਣਾਂ ਲੜਨ ਦਾ ਜਿਨ੍ਹਾਂ ਨੇ ਐਲਾਨ ਕਰ ਲਿਆ, ਤੁਸੀਂ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਹੋ ਕਿ ਵਾਪਸ ਮੁੜ ਆਓ? ਨਹੀਂ, ਦੇਖੋ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਅਸੀਂ ਇਹੀ ਕਹਿ ਰਹੇ ਹਾਂ। ਬਾਕੀ ਅੱਜ ਪ੍ਰੈਸ ਕਾਨਫਰੰਸ ਰਾਹੀਂ ਵੀ ਇਹੀ ਅਪੀਲ ਕੀਤੀ ਆ ਕਿ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਜੀ ਚਲੋ, ਇਹ ਸਨ ਰਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ, ਜਿਨ੍ਹਾਂ ਨੇ ਆਪਣੇ ਨਾਲ ਕਿਸਾਨੀ ਮੁੱਦਿਆਂ ਬਾਬਤ ਗੱਲਬਾਤ ਕੀਤੀ ਤੇ ਆਪਣਾ ਪੱਖ ਦੱਸਿਆ ਕਿ ਉਹ ਜਿਹੜੀਆਂ 2022 ਦੀਆਂ ਚੋਣਾਂ ਨੇ ਉਹ ਨਹੀਂ ਲੜਨਗੇ ਤੇ ਨੋਟਾਂ ਦਾ ਬਟਨ ਦਬਾਉਣ ਦੀ ਉਹਨਾਂ ਨੇ ਜੇ ਅਪੀਲ ਕੀਤੀ ਹੈ। ਜੇ ਤੁਸੀਂ ਮਤਲਬ ਵੋਟਾਂ ਪਾਉਣਾ ਹੀ ਚਾਹੁੰਦੇ ਹੋ, ਚੋਣਾਂ ਦੇ ਵਿੱਚ ਹਿੱਸਾ ਲੈਣਾ ਹੀ ਚਾਹੁੰਦੇ ਹੋ, ਤਾਂ ਤੁਸੀਂ ਨੋਟਾਂ ਦਾ ਬਟਨ ਦਬਾ ਸਕਦੇ ਹੋ। ਤੇ ਆਪਾਂ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।